अस्सलाम वालेकुम दोस्तों, मेरा नाम ਮੁਹੰਮਦ ਸ਼ੁਏਬ ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ ਵਨ ਲਾਈਫ ਵਿਦ ਸ਼ੁਏਬ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਵਿਖਾਵਾਂਗਾ ਜਾਪਾਨ ਦਾ ਰਿਹਾਇਸ਼ੀ ਏਰੀਆ, ਯਾਨੀ ਕਿ ਗਲੀ ਮੁਹੱਲੇ ਕਿਸ ਤਰ੍ਹਾਂ ਦੇ ਹੁੰਦੇ ਨੇ। ਜ਼ਿਆਦਾਤਰ ਅੱਜ ਤੱਕ ਤੁਸੀਂ ਵੀਡੀਓਜ਼ ਦੇ ਵਿੱਚ ਟੋਕੀਓ, ਸ਼ਿਬੂਇਆ ਕਰਾਸਿੰਗ, ਇਹ ਉਹ ਜਾਪਾਨ ਦਾ ਰਿਲੇਟਡ ਸਾਰਾ ਕੰਟੈਂਟ ਵੇਖੋਗੇ, ਲੇਕਿਨ ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਹਾਨੂੰ ਬਹੁਤ ਦੇਖਣ ਨੂੰ ਘੱਟ ਮਿਲਣਗੀਆਂ, ਜਿਹਦੇ ਵਿੱਚ ਰੀਅਲ ਲਾਈਫ ਦੇ ਬਾਰੇ 'ਚ ਲੋਕ ਗੱਲ ਕਰਦੇ ਨੇ ਕਿ ਹਕੀਕਤ ਦੇ ਵਿੱਚ ਜਾਪਾਨੀ ਰਹਿੰਦੇ ਕਿਸ ਤਰ੍ਹਾਂ ਨੇ, ਉਹਨਾਂ ਦੀ ਕਿਸ ਤਰ੍ਹਾਂ ਦੀ ਜ਼ਿੰਦਗੀ ਹੁੰਦੀ ਹੈ। ਮੈਨੂੰ ਇੱਥੇ ਰਹਿੰਦੇ ਹੋਏ ਜਾਪਾਨ 'ਚ 8 ਸਾਲ ਹੋ ਚੱਲੇ ਨੇ। ਮੇਰੇ ਵਾਸਤੇ ਇਹ ਚੀਜ਼ਾਂ ਬਹੁਤ ਕਾਮਨ ਹੋ ਸਕਦੀਆਂ ਨੇ, ਲੇਕਿਨ ਹੋ ਸਕਦਾ ਕਿ ਮੈਂ ਇਹਨਾਂ ਗਲੀਆਂ ਦੇ ਬਾਰੇ 'ਚ ਜਾਂ ਇਹਨਾਂ ਚੀਜ਼ਾਂ ਦੇ ਬਾਰੇ ਤੁਹਾਨੂੰ ਦੱਸਾਂ ਔਰ ਤੁਹਾਡੇ ਵਾਸਤੇ ਬਹੁਤ ਹੀ ਦਿਲਚਸਪ ਚੀਜ਼ਾਂ ਹੋਣ। ਅਤੇ ਸ਼ੁਰੂ ਕਰਨੇ ਆ। ਇਹ ਮੇਰਾ ਘਰ ਜਿਹੜਾ ਇਸ ਤੋਂ ਪਿਛਲੀ ਗਲੀ ਦੇ ਵਿੱਚ ਇੱਥੇ ਥੋੜ੍ਹੀ ਜ਼ਿਆਦਾ ਖਾਮੋਸ਼ੀ ਹੈ, ਇਸ ਵਜ੍ਹਾ ਤੋਂ ਮੈਂ ਜ਼ਰਾ ਇੱਧਰ ਆ ਗਿਆ ਵਾਂ। ਅੱਜ ਸੰਡੇ ਵੇ, ਛੁੱਟੀ ਦਾ ਦਿਨ ਨੇ, ਅਤੇ ਜ਼ਿਆਦਾਤਰ ਜੈਪਨੀਜ਼ ਆਪਣੇ ਘਰਾਂ ਦੇ ਵਿੱਚ ਨੇ ਜਾਂ ਸ਼ੋਪਿੰਗ ਮਾਲਸ ਜਾਂ ਪਲੇਗਰਾਊਂਡਸ ਜਾਂ ਜਿੱਥੇ ਵੀ ਆਪਣੀ ਐਕਟੀਵਿਟੀਜ਼ ਕਰਨ ਗਏ ਨੇ, ਯਾਨੀ ਕਿ ਗਲੀਆਂ ਦੇ ਵਿੱਚ ਜ਼ਿਆਦਾ ਰਸ਼ ਇਸ ਤਰ੍ਹਾਂ ਨਹੀਂ ਹੁੰਦਾ। ਹਮੇਸ਼ਾ ਹੀ ਇੱਥੇ ਰਸ਼ ਨਹੀਂ ਮਿਲੇਗਾ, ਜਾਂ ਲੋਕ ਕੰਮਾਂ 'ਤੇ ਜਾ ਰਹੇ ਹੋਣਗੇ ਜਾਂ ਕੰਮਾਂ ਤੋਂ ਆ ਰਹੇ ਹੋਣਗੇ, ਕਿਉਂਕਿ ਇਹ ਸਮਝਦੇ ਨੇ ਗਲੀਆਂ ਜਿਹੜੀਆਂ ਨੇ ਉਹ ਖੜ੍ਹੇ ਹੋਣ ਦੀ ਜਗ੍ਹਾ ਨਹੀਂ ਨੇ। ਮੈਂ ਤੁਹਾਨੂੰ ਆਪਣੇ ਇਰਦ ਗਿਰਦ ਇੱਕ ਨੇਬਰਹੁੱਡ ਦਿਖਾਉਂਦਾ। ਸ਼ੁਰੂ ਦੇ ਵਿੱਚ ਤੁਹਾਨੂੰ ਥੋੜ੍ਹੀ ਜਿਹੀ ਮਾਲੂਮਾਤ ਦੇ ਦੇਣਾ ਕਿ ਇਹ ਗਲੀਆਂ ਦੇ ਵਿੱਚ ਨਾ ਹਰ ਦੂਸਰੀ ਤੀਸਰੀ ਗਲੀ ਛੱਡ ਕੇ ਨਾ ਇੱਕ ਛੋਟਾ ਜਿਹਾ ਪਾਰਕ ਹੁੰਦਾ ਹੈ, ਅਤੇ ਬੱਚੇ ਇਸ ਵਜ੍ਹਾ ਤੋਂ ਨਜ਼ਰ ਨਹੀਂ ਆਉਂਦੇ ਕਿਉਂਕਿ ਬੱਚੇ ਉਹਨਾਂ ਪਾਰਕਸ ਵਗੈਰਾ 'ਚ ਖੇਡ ਰਹੇ ਹੁੰਦੇ ਨੇ। ਹੁਣ ਮੈਂ ਇੱਕ ਦੋ ਗਲੀ ਛੱਡ ਕੇ ਪਾਰਕ ਵੀ ਤੁਹਾਨੂੰ ਦਿਖਾਵਾਂਗਾ। ਪਹਿਲੇ ਗੱਲ ਕਰਨੀ ਹੈ ਗਲੀਆਂ ਦੇ ਉੱਤੇ, ਕੈਮਰਾ ਕਰਨੇ ਪਰਲੇ ਪਾਸੇ। ਅੱਛਾ, ਅਤੇ ਜਾਪਾਨ ਦੀਆਂ ਗਲੀਆਂ ਬਹੁਤ ਜ਼ਿਆਦਾ ਸਾਫ਼ ਸੁਥਰੀਆਂ ਹੁੰਦੀਆਂ ਨੇ। ਇੱਥੇ ਤੁਹਾਨੂੰ ਕੋਈ ਛੋਟੇ ਤੋਂ ਛੋਟਾ ਰੈਪਰ ਤੱਕ ਨਹੀਂ ਮਿਲਦਾ, ਈਵਨ ਕਿ ਇੱਕ ਛੋਟਾ ਜਿਹਾ ਸਿਗਰਟ ਵੀ ਨਹੀਂ ਮਿਲਦਾ। ਇਹ ਗਟਰ ਦਾ ਢੱਕਣਾ ਹੈ, ਇਸ ਗਟਰ ਦੇ ਉੱਤੇ ਇੱਕ ਲੋਗੋ ਹੈ, ਠੀਕ ਹੈ। ਹਰ ਸ਼ਹਿਰ ਦਾ ਆਪਣਾ ਇੱਕ ਲੋਗੋ ਹੁੰਦਾ ਖਾਸ, ਉਸ ਗਟਰ ਦੇ ਉੱਤੇ ਛਪਿਆ ਹੁੰਦਾ। ਇਹ ਜਿਹੜੀ ਜਗ੍ਹਾ ਤੁਸੀਂ ਵੇਖ ਰਹੇ ਹੋ, ਇਹ ਨਾ ਫਾਇਰ ਬ੍ਰਿਗੇਡ ਵਾਸਤੇ ਅਲੱਗਾ ਇੱਕ ਬਣਾ ਦਿੱਤਾ ਗਿਆ, ਤਾਂ ਕਿ ਅਗਰ ਖੁਦਾ ਨਾ ਖਾਸਤਾ ਜਾਪਾਨ ਦੇ ਵਿੱਚ ਜ਼ਿਆਦਾਤਰ ਘਰ ਜਿਹੜੇ ਨੇ ਨਾ ਉਹ ਲੱਕੜੀ ਦੇ ਹੁੰਦੇ ਨੇ, ਅਤੇ ਅਗਰ ਕਿਸੇ ਘਰ ਦੇ ਵਿੱਚ ਅੱਗ ਲੱਗਦੀ ਹੈ ਅਤੇ ਫੌਰੀ ਤੌਰ ਦੇ ਉੱਤੇ ਪਾਣੀ ਦੀ ਜ਼ਰੂਰਤ ਹੁੰਦੀ ਹੈ, ਅਤੇ ਇੱਥੋਂ ਜਿਹੜਾ ਫਾਇਰ ਬ੍ਰਿਗੇਡ ਦੀ ਗੱਡੀ ਹੈ ਉਹ ਆ ਕੇ ਪਾਣੀ ਲੈ ਸਕਦੀ ਹੈ ਫੌਰੀ ਤੌਰ ਦੇ ਉੱਤੇ। ਅੱਛਾ, ਇੱਥੇ ਜਾਪਾਨ ਦੇ ਵਿੱਚ ਅੱਜ ਤੱਕ ਮੈਂ ਕੋਈ ਇੱਕ ਗਟਰ ਨਹੀਂ ਵੇਖਿਆ 8 ਸਾਲਾਂ 'ਚ ਜਿਹਦਾ ਢੱਕਣਾ ਜਿਹੜਾ ਉਹ ਕੋਈ ਅੱਧਾ ਇੰਚ ਜਿਹੜਾ ਨਾ ਉੱਤੇ ਨਿਕਲਿਆ ਹੋਵੇ। ਸੜਕ ਦੇ ਬਿਲਕੁਲ ਲੈਵਲ ਦੇ ਉੱਤੇ ਹੋਏਗਾ। ਜਿਹੜਾ ਉੱਥੇ ਇੱਕ ਤੁਹਾਨੂੰ ਗਟਰ ਦਾ ਢੱਕਣਾ ਦਿਖਾਇਆ ਉਹ ਅਤੇ ਇਹਦੇ 'ਚ ਬੜਾ ਫ਼ਰਕ ਹੈ। ਉਹ ਫ਼ਰਕ ਕੀ ਹੈ ਤੁਹਾਨੂੰ ਉਹ ਵੀ ਦੱਸਣਾ ਵਾ। ਜਿਹੜਾ ਇਹ ਢੱਕਣਾ ਹੈ ਇਹਦੇ ਉੱਤੇ ਬਹੁਤ ਜ਼ਿਆਦਾ ਖੁਰਦਰੀਆਂ ਜਗ੍ਹਾ ਬਣਾ ਦਿੱਤੀ, ਖੁਰਦਰੀ ਜਗ੍ਹਾ ਬਣਾ ਦਿੱਤੀ। ਉਹਦੀ ਵਜ੍ਹਾ ਇਹ ਵੇ ਕਿ ਇੱਥੋਂ ਇਹ ਇੱਕ ਚੌਂਕ ਹੈ ਨਾ, ਅਤੇ ਇੱਥੋਂ ਗੱਡੀ ਜਿਹੜੀ ਨਾ ਗੱਡੀ ਨੇ ਇੰਝ ਮੁੜਨਾ ਹੁੰਦਾ ਇੰਝ ਕਰਕੇ, ਅਤੇ ਇਸ ਢੱਕਣ ਦੇ ਉੱਤੇ ਟਾਇਰ ਆਉਂਦਾ ਅਤੇ ਉਹ ਗੱਡੀ ਸਲਿੱਪ ਨਾ ਹੋ ਜਾਏ, ਟਾਇਰ ਇੱਧਰ ਨੂੰ ਸਲਿੱਪ ਨਾ ਹੋ ਜਾਏ, ਇਸ ਵਜ੍ਹਾ ਤੋਂ ਇਸ ਗਟਰ ਦਾ ਡਿਜ਼ਾਈਨ ਹੀ ਹੋਰ ਬਣਾ ਦਿੱਤਾ ਹੈ। ਯਾਨੀ ਕਿ ਇੰਨੀ ਛੋਟੀ ਛੋਟੀ ਚੀਜ਼ ਦਾ ਖਿਆਲ ਰੱਖਿਆ ਜਾਂਦਾ ਹੈ। ਹੁਣ ਇਹ ਵੇਖੋ ਕਿ ਇਹ ਇੱਕ ਖੰਭਾ ਹੈ, ਅਤੇ ਖੰਭੇ ਦੇ ਨਾਲ ਇਹ ਖਾਸ ਪੱਟੀ ਲਾ ਦਿੱਤੀ ਗਈ ਹੈ, ਇਹ ਵੀ ਕਿ ਦੂਰੋਂ ਪਤਾ ਲੱਗ ਜਾਏ, ਗੱਡੀਆਂ ਨੂੰ ਨਜ਼ਰ ਆ ਜਾਏ ਕਿ ਇੱਥੇ ਕੋਈ ਚੀਜ਼ ਹੈ, ਕੋਈ ਖੰਭਾ ਹੈ, ਯਾਨੀ ਕਿ ਕੋਈ ਇਹਦੇ ਵਿੱਚ ਨਾ ਵੱਜ ਨਾ ਜਾਵੇ, ਠੀਕ ਹੈ। ਉਸ ਤੋਂ ਇਲਾਵਾ ਇਹਦੇ ਉੱਤੇ ਖੰਭੇ ਦੇ ਉੱਤੇ ਕਾਫੀ ਗਲੀ ਦੇ ਨੰਬਰ ਲਿਖੇ ਨੇ, ਮਾਲੂਮਾਤ ਲਿਖੀ ਹੋਈ ਹੈ ਸਾਰੀ ਨਾ, ਯਾਨੀ ਕਿ ਤੁਸੀਂ ਇਸ ਖੰਭੇ ਦੇ ਨੰਬਰ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਤੁਸੀਂ ਜਾਪਾਨ ਦੇ ਕਿਹੜੇ ਏਰੀਏ 'ਚ ਖੜ੍ਹੇ ਹੋ। ਇਹ ਗਲੀ ਦੇ ਵਿੱਚ ਜਿਹੜਾ ਤੁਹਾਨੂੰ ਇਹ ਵਾਈਟ ਲਿਖਾਈ ਨਜ਼ਰ ਆ ਰਹੀ ਹੈ, ਜੈਪਨੀਜ਼ ਦੇ ਵਿੱਚ ਲਿਖਿਆ, ਇਹਦਾ ਮਤਲਬ ਹੈ ਕਿ ਤੁਸੀਂ ਇੱਥੇ ਰੁਕਣਾ ਹਰ ਸੂਰਤ, ਯਾਨੀ ਕਿ ਇਸ ਜਗ੍ਹਾ 'ਤੇ ਇੱਥੇ ਆ ਕੇ ਇੰਝ ਰੁਕਣਾ, ਸੱਜੇ ਅਤੇ ਖੱਬੇ ਵੇਖਣਾ ਅਤੇ ਫਿਰ ਅੱਗੇ ਨੂੰ ਜਾਣਾ। ਜ਼ਿਆਦਾਤਰ ਏਰੀਆਜ਼ ਜਿੱਥੋਂ ਗੱਡੀਆਂ ਨੇ ਕਾਫੀ ਜ਼ਿਆਦਾ ਲੰਘਣਾ ਹੁੰਦਾ, ਖਾਸ ਤੌਰ 'ਤੇ ਚੌਂਕ ਵਗੈਰਾ, ਉੱਥੇ ਇਸ ਤਰ੍ਹਾਂ ਦੇ ਸ਼ੀਸ਼ੇ ਲੱਗੇ ਹੁੰਦੇ ਨੇ। ਹੁਣ ਇਹ ਜਿਹੜਾ ਸ਼ੀਸ਼ਾ ਇਹਦਾ ਮਤਲਬ ਇਹ ਵੇ ਕਿ ਮੈਂ ਅਗਰ ਇੱਧਰੋਂ ਸਿੱਧਾ ਜਾ ਰਿਹਾ ਹਾਂ ਨਾ, ਅਤੇ ਮੈਨੂੰ ਇੱਧਰੋਂ ਆਉਣ ਵਾਲੀ ਗੱਡੀ ਵੀ ਨਜ਼ਰ ਆਏਗੀ ਔਰ ਇੱਧਰੋਂ ਆਉਣ ਵਾਲੀ ਗੱਡੀ ਵੀ ਦੂਸਰੇ ਸ਼ੀਸ਼ੇ 'ਚ ਨਜ਼ਰ ਆਏਗੀ, ਔਰ ਮੈਂ ਇੱਥੇ ਖੜ੍ਹਾ ਹੋਵਾਂਗਾ। ਮੈਂ ਇੱਥੋਂ ਇਹਨਾਂ ਦੋ ਸ਼ੀਸ਼ਿਆਂ ਦੇ ਵਿੱਚ ਆਪਣੀ ਮਾਲੂਮਾਤ ਵੇਖ ਕੇ ਅਤੇ ਫਿਰ ਸੱਜੇ ਜਾਂ ਖੱਬੇ ਮੁੜ ਜਾਵਾਂਗਾ। ਠੀਕ ਹੋ ਗਿਆ। ਹੁਣ ਇਹ ਥੋੜ੍ਹਾ ਜਿਹਾ ਅੱਗੇ ਅਸੀਂ ਜਾਂਦੇ ਹਾਂ ਅਤੇ ਅੱਗੇ ਇੱਕ ਛੋਟਾ ਜਿਹਾ ਪਾਰਕ ਆ ਜਾਂਦਾ। ਇਹ ਇੱਕ ਬਹੁਤ ਹੀ ਛੋਟਾ ਜਿਹਾ ਮਾਮੂਲੀ ਜਿਹਾ ਇੱਕ ਪਾਰਕ ਹੈ, ਤਾਂ ਕਿ ਬੱਚੇ ਖੇਡ ਸਕਣ। ਜਿਸ ਤਰ੍ਹਾਂ ਮੈਂ ਕਿਹਾ ਕਿ ਜਾਪਾਨ ਦੇ ਵਿੱਚ ਹਰ 3-4 ਗਲੀਆਂ ਛੱਡ ਕੇ ਛੋਟੇ ਛੋਟੇ ਪਾਰਕਸ ਬਣਾ ਦਿੱਤੇ ਗਏ ਨੇ। ਉਹ ਸਾਰੇ ਪਾਰਕਸ ਜਿਹੜੇ ਨੇ ਇਹ ਗੌਰਮੈਂਟ ਦੇ ਅੰਡਰ ਹੁੰਦੇ ਨੇ, ਅਤੇ ਹਰ ਪਾਰਕ ਦੇ ਵਿੱਚ ਜਿਹੜਾ ਨਾ ਜਗ੍ਹਾ ਦੇ ਹਿਸਾਬ ਨਾਲ ਝੂਲੇ ਵਗੈਰਾ ਲੱਗੇ ਹੁੰਦੇ ਨੇ। ਇਹ ਤੁਹਾਨੂੰ ਵੇਖ ਕੇ ਡੋਰੇਮੋਨ ਯਾਦ ਆ ਜਾਣਾ, ਪਿੰਗਾਂ ਲੱਗੀਆਂ ਨੇ, ਠੀਕ ਹੈ। ਇਹ ਸੀਸਾ ਲੱਗੇ ਹੈ। ਇਹ ਸਿਰਫ ਬੱਚਿਆਂ ਦੇ ਖੇਡਣ ਵਾਸਤੇ ਨਹੀਂ ਪਾਰਕ ਬਣਾਇਆ ਗਿਆ, ਮਤਲਬ ਮੁਖਤਲਿਫ ਐਕਟੀਵਿਟੀਜ਼ ਕਰਨ ਵਾਸਤੇ ਵੀ ਇਸਤੇਮਾਲ ਹੋ ਸਕਦਾ ਹੈ। ਗਲੀ ਮੁਹੱਲੇ ਦੇ ਲੋਕ ਜਿਹੜੇ ਨੇ ਇਹ ਇੱਕ ਜਗ੍ਹਾ ਇਹਨਾਂ ਨੇ ਸਟੋਰੇਜ ਬਣਾ ਦਿੱਤਾ ਹੈ, ਇਹਦੇ ਅੰਦਰ ਕੁਰਸੀਆਂ ਵਗੈਰਾ ਜਾਂ ਜੋ ਵੀ ਆਪਣਾ ਸਮਾਨ ਰੱਖ ਲੈਂਦੇ ਨੇ, ਜਦੋਂ ਜ਼ਰੂਰਤ ਪਵੇ ਤਾਂ ਉਹ ਇੱਥੇ ਕਰ ਲੈਂਦੇ ਨੇ ਗੈਦਰਿੰਗ ਇਕੱਠੀ ਨਾ। ਅਕਸਰ ਮੈਂ ਵੇਖਣਾ ਵਾ ਕਿ ਬੁੱਢੇ ਜਿਹੜੇ ਨੇ ਉਹ ਇੱਥੇ ਕੋਈ ਨਾ ਕੋਈ ਗੈਦਰਿੰਗ ਕਰਦੇ ਰਹਿੰਦੇ ਨੇ ਮੁਹੱਲੇ ਦੇ। ਇੱਥੇ ਹਰ ਜਗ੍ਹਾ 'ਤੇ ਜਿੱਥੇ ਵੀ ਤੁਹਾਨੂੰ ਥੋੜ੍ਹੀ ਜਗ੍ਹਾ ਨਜ਼ਰ ਆਏਗੀ ਨਾ, ਉੱਥੇ ਜਾਂ ਤਾਂ ਤੁਹਾਨੂੰ ਘਾਹ ਲੱਗਾ ਹੋਇਆ ਨਜ਼ਰ ਆਏਗਾ ਜਾਂ ਬਜਰੀ ਪਈ ਹੋਈ ਨਜ਼ਰ ਆਏਗੀ। ਇਹ ਇੱਕ ਛੋਟੀ ਜਿਹੀ ਪਾਰਕਿੰਗ ਹੈ, ਅਤੇ ਇਹਦੇ ਉੱਤੇ ਵੀ ਬਜਰੀ ਪਾ ਦਿੱਤੀ ਗਈ ਹੈ ਤਾਂ ਕਿ ਮਿੱਟੀ ਨਾ ਉੱਡੇ। ਜਾਪਾਨ ਦੀ ਮਿੱਟੀ ਵੈਸੇ ਵੀ ਕਾਫੀ ਰੇਤਲੀ ਹੁੰਦੀ ਹੈ, ਜਿਹਦੀ ਵਜ੍ਹਾ ਤੋਂ ਇੱਥੇ ਮਿੱਟੀ ਘੱਟਾ ਨਹੀਂ ਉੱਡਦਾ। ਹੁਣ ਮੈਂ ਤੁਹਾਨੂੰ ਅੱਗੇ ਲੈ ਕੇ ਚੱਲਣਾ।
ਅੱਛਾ, ਵੱਡੇ ਸ਼ਹਿਰਾਂ ਦੇ ਵਿੱਚ ਇਹ ਮਕਾਨ ਕਾਫੀ ਮਹਿੰਗੇ ਹੁੰਦੇ ਨੇ। ਅਕਸਰ ਲੋਕ ਪੁੱਛਦੇ ਨੇ ਕਿ ਇੱਥੇ ਮਕਾਨ ਕਿੰਨੇ ਦਾ ਮਿਲਦਾ ਹੈ। ਇਹ ਟੋਟਲੀ ਜਗ੍ਹਾ 'ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੀ ਜਗ੍ਹਾ 'ਤੇ ਲੈ ਰਹੇ ਹੋ। ਹੁਣ ਇਹ ਵੇਖੋ ਕਿ ਇੱਥੇ ਇੱਕ ਮਕਾਨ ਸੀ ਬਹੁਤ ਪੁਰਾਣਾ, ਅਤੇ ਇਹ ਮਕਾਨ ਢਾਹ ਦਿੱਤਾ ਗਿਆ ਹੈ। ਔਰ ਇੱਥੇ ਇਹ ਇਸ਼ਤਿਹਾਰ ਵੀ ਲੱਗਿਆ, ਯਾਨੀ ਕਿ ਇਹ ਬੈਨਰ ਲੱਗੇ ਹੈ। ਇਹ ਬੈਨਰ ਦਾ ਮਤਲਬ ਹੈ ਕਿ ਇਹ ਪਲਾਟ ਵਿਕਣ ਵਾਸਤੇ ਅਵੇਲੇਬਲ ਹੈ। ਇੱਥੇ ਇਹਨੂੰ ਸਾਰਾ ਸਾਫ਼ ਕਰ ਦਿੱਤਾ ਗਿਆ, ਸਫਾਈ ਕਰ ਦਿੱਤੀ ਹੈ, ਅਤੇ ਇਹਨੂੰ ਪੂਰਾ, ਯਾਨੀ ਕਿ ਇਹ ਪਲਾਟ ਹੁਣ ਵਿਕਣ ਵਾਸਤੇ ਅਵੇਲੇਬਲ ਹੈ। ਇਸ ਪਲਾਟ ਦੇ ਉੱਤੇ ਮਜ਼ੀਦ ਮੇਰੇ ਖਿਆਲ ਹੈ ਕੋਈ 1-2 ਮਹੀਨੇ ਦੇ ਅੰਦਰ ਅੰਦਰ ਨਾ ਮਕਾਨ ਬਣਨਾ ਸ਼ੁਰੂ ਹੋ ਜਾਣਾ। ਇੱਥੇ ਜ਼ਿਆਦਾਤਰ ਲੋਕ ਇਸ ਤਰ੍ਹਾਂ ਪਲਾਟ ਖਰੀਦਦੇ ਨੇ ਔਰ ਇਹਨਾਂ ਨੂੰ ਬੈਂਕ ਤੋਂ ਲੋਨ ਮਿਲ ਜਾਂਦਾ ਹੈ। ਤਕਰੀਬਨ 5-6 ਕਰੋੜ ਰੁਪਏ ਦਾ ਲੋਨ ਮਿਲ ਜਾਂਦਾ ਹੈ। ਉਸ ਲੋਨ ਦੇ ਉੱਤੇ ਜ਼ਮੀਨ ਵੀ ਖਰੀਦੀ ਜਾਂਦੀ ਹੈ ਔਰ ਫਿਰ ਕੋਈ ਕੰਪਨੀ ਜਿਹੜੀ ਹੈ ਉਹ ਇਹਦੇ ਉੱਤੇ ਤੁਹਾਨੂੰ ਮਕਾਨ ਬਣਾ ਦਿੰਦੀ ਹੈ। ਔਰ ਫਿਰ ਉਹ ਲੋਨ ਦੀਆਂ ਕਿਸ਼ਤਾਂ ਹੋ ਜਾਂਦੀਆਂ ਨੇ 30-35 ਸਾਲ ਦੀਆਂ, ਯਾਨੀ ਕਿ 30-35 ਸਾਲ ਤੱਕ ਨਾ ਤੁਸੀਂ ਕਿਸ਼ਤਾਂ ਦਿੰਦੇ ਰਹਿੰਦੇ ਹੋ। ਉਹ 30-35 ਸਾਲ ਬਾਅਦ ਤੁਹਾਡਾ ਮਕਾਨ ਤੁਹਾਡਾ ਹੋ ਜਾਂਦਾ ਹੈ। ਇਹ ਹੁਣ ਇੱਕ ਹੋਰ ਗਲੀ ਦੇ ਵਿੱਚ ਮੈਂ ਐਂਟਰ ਹੋਇਆ ਵਾਂ। ਇੱਥੇ ਕਾਫੀ ਨਵੇਂ ਮਕਾਨ ਬਣ ਗਏ ਨੇ। ਹੁਣ ਇਹ ਨਵਾਂ ਮਕਾਨ ਬਣਿਆ ਇਹਲਾ ਨਾ, ਇਹ ਰੀਸੈਂਟਲੀ ਕੋਈ 2-3 ਮਹੀਨੇ ਪਹਿਲੇ ਬਣਿਆ। ਇੱਥੇ ਵੀ ਇੱਕ ਪੁਰਾਣਾ ਮਕਾਨ ਹੁੰਦਾ ਸੀ। ਅਮੂਮਨ ਜਿਹੜੇ ਮਕਾਨ ਬਹੁਤ ਜ਼ਿਆਦਾ ਪੁਰਾਣੇ ਹੋਣ ਉੱਥੇ ਬਾਬੇ ਵਗੈਰਾ ਰਹਿੰਦੇ ਹੁੰਦੇ ਨੇ ਨਾ, ਜਾਂ ਉਹ ਫੌਤ ਹੋ ਜਾਂਦੇ ਨੇ ਅਤੇ ਜਾਂ ਉਹ ਆਪਣੇ ਬੱਚਿਆਂ ਕੋਲ ਚਲੇ ਜਾਂਦੇ ਨੇ, ਅਤੇ ਫਿਰ ਇਹ ਮਕਾਨ ਵਿਕ ਜਾਂਦਾ ਉਹਨਾਂ ਦਾ। ਠੀਕ ਹੈ, ਇਹ ਪੁਰਾਣੀ ਤਰਜ਼ ਦਾ ਮਕਾਨ ਨਹੀਂ, ਵੇਖ ਲਓ, ਅਤੇ ਇਹ ਨਵੀਂ ਤਰਜ਼ ਦਾ ਕਿੰਨਾ ਜ਼ਮੀਨ ਅਸਮਾਨ ਦਾ ਫ਼ਰਕ ਹੈ। ਅਤੇ ਹਰ ਜਗ੍ਹਾ 'ਤੇ ਇੱਥੇ ਨਾ ਇਸ ਤਰ੍ਹਾਂ ਪੋਸਟ ਦੇ ਬਾਕਸ ਲੱਗੇ ਹੋਏ ਨੇ। ਇਹ ਵੇਖ ਰਹੇ ਹੋ ਕਿੰਨਾ ਕਿਊਟ ਜਿਹਾ ਪੋਸਟ ਬਾਕਸ ਹੈ। ਔਰ ਹਰ ਪੋਸਟ ਬਾਕਸ ਦੇ ਉੱਤੇ ਬਾਕਾਇਦਾ ਟਾਈਮ ਲਿਖਿਆ ਹੋਇਆ ਹੈ ਕਿ ਇੱਥੇ ਹਰ ਸੂਰਤ ਡੇਲੀ ਡਾਕੀਏ ਨੇ ਆਉਣਾ ਹੈ। ਡੇਲੀ ਯਾਨੀ ਕਿ 7 ਡੇਜ਼, ਹਰ ਰੋਜ਼ ਇੱਥੇ ਡਾਕੀਏ ਨੇ ਆਉਣਾ ਔਰ ਇੱਥੋਂ ਡਾਕ ਉਹਨੇ ਲੈ ਕੇ ਜਾਣਾ। ਯਾਨੀ ਕਿ ਤੁਹਾਨੂੰ ਘਰੋਂ ਦੂਰ ਜਾ ਕੇ ਡਾਕਖਾਨੇ ਪੋਸਟ ਪਾਉਣ ਦੀ ਜ਼ਰੂਰਤ ਨਹੀਂ, ਤੁਸੀਂ ਇੱਥੇ ਹੀ ਪਾ ਦਿਓਗੇ। ਪੂਰੀ ਦੁਨੀਆ 'ਤੇ ਜਿੱਥੇ ਵੀ ਪੋਸਟ ਚਲੀ ਜਾਏਗੀ ਤੁਹਾਡੀ, ਬੇਫਿਕਰ ਹੋ ਕੇ। ਇਹ ਇੱਕ ਨਵਾਂ ਮਕਾਨ ਹੈ। ਇਹਨੂੰ ਮੈਂ ਕਹਿੰਦਾ ਬਿੱਲੀ ਦੀ ਸ਼ੇਪ ਦਾ ਮਕਾਨ ਹੈ। ਉੱਤੇ ਵੇਖ ਰਹੇ ਹੋ ਇੰਝ ਲੱਗ ਰਿਹਾ ਜਿਵੇਂ ਬਿੱਲੀ ਹੈ। ਉਹ ਉੱਤੇ ਉਹਦਾ ਚਿਹਰਾ ਹੈ ਅਤੇ ਥੱਲੇ ਲੱਤਾਂ ਨੇ। ਅਤੇ ਇਹ ਮਕਾਨ ਜਿਹੜਾ ਨਾ, ਇੱਥੇ ਕੋਈ ਜਾਪਾਨੀ ਆਏ ਸਨ ਔਰ ਉਹ ਚਲੇ ਗਏ ਸਨ ਨਾ। ਫਿਰ ਇਹ ਦੁਬਾਰਾ ਸੇਲ ਹੋਣ 'ਤੇ, ਇਹ ਮਕਾਨ ਦੁਬਾਰਾ ਸੇਲ ਹੋਣ 'ਤੇ ਆ ਗਿਆ ਸੀ, ਲੇਕਿਨ ਕੋਈ ਲੈ ਨਹੀਂ ਸੀ ਰਿਹਾ। ਪਤਾ ਨਹੀਂ ਕੀ ਮਸਲਾ ਹੈ। ਜਾਪਾਨੀ ਬਹੁਤ ਜ਼ਿਆਦਾ ਚੂਜ਼ੀ ਹੁੰਦੇ ਨੇ। ਇਹ ਸਮਝਦੇ ਨੇ ਕਿ ਸਾਡੇ ਹਮਸਾਏ ਜਿਹੜੇ ਨੇ ਉਹ ਅੱਛੇ ਹੋਣੇ ਚਾਹੀਦੇ ਨੇ, ਨਹੀਂ ਤਾਂ ਸਾਡੀ ਸਾਰੀ ਜ਼ਿੰਦਗੀ ਜਿਹੜੀ ਨਾ ਉਹ ਇਸੇ ਕਸ਼ਮਕਸ਼ ਗੁਜ਼ਰ ਜਾਣੀ ਹੈ। ਹਮਸਾਏ ਅੱਛੇ ਨਹੀਂ ਮਿਲੇ, ਅਸੀਂ ਗਲਤ ਜਗ੍ਹਾ 'ਤੇ ਮਕਾਨ ਲੈ ਲਏ। ਇਹ ਜਿਹੜੀ ਬਿਲਡਿੰਗ ਵੇਖ ਰਹੇ ਹੋ ਨਾ ਇੱਥੇ, ਇੱਥੇ ਇਹ ਬਾਬਿਆਂ ਨੇ ਨਾ ਇੱਕ ਇੱਥੇ ਆਪਣਾ ਬੈਠਕ ਬਣਾਈ ਹੋਈ ਹੈ ਔਰ ਇੱਥੇ ਇਕੱਠੇ ਹੁੰਦੇ ਨੇ, ਕੋਈ ਤਨਜ਼ੀਮ ਹੈ। ਔਰ ਇਹ ਛੋਟੀ ਜਿਹੀ ਜਗ੍ਹਾ, ਇੱਥੇ ਵੀ ਕੋਈ ਐਕਟੀਵਿਟੀ ਕਰਦੇ ਨੇ, ਬਹਿੰਦੇ ਬੂੰਦੇ ਨੇ। ਇਹ ਹਰ ਗਲੀ ਮੁਹੱਲੇ ਦੇ ਵਿੱਚ ਨਾ, ਜਿਸ ਤਰ੍ਹਾਂ ਕਿ ਇੱਕ ਕਮੇਟੀ ਨਹੀਂ ਬਣੀ ਹੁੰਦੀ ਛੋਟੀ ਜਿਹੀ, ਹਰ ਛੋਟੇ ਜਿਹੇ ਇੱਕ ਮੁਹੱਲੇ 'ਚ ਨਾ ਇੱਕ ਕਮੇਟੀ ਬਣੀ ਹੁੰਦੀ ਜਿਹਦੇ ਵਿੱਚ ਖਾਸ ਮੈਂਬਰਸ ਹੁੰਦੇ ਨੇ ਵੱਡੀ ਉਮਰ ਦੇ, ਔਰ ਉਹ ਮੁਹੱਲੇ ਦੀ ਸਫਾਈ ਸੁਥਰਾਈ ਦਾ ਖਿਆਲ ਰੱਖਦੇ ਨੇ। ਮੁਖਤਲਿਫ ਚੀਜ਼ਾਂ ਦੇ ਬਾਰੇ 'ਚ ਨਾ ਇਹਨਾਂ ਨੂੰ ਡੀਪਲੀ ਮੈਨੂੰ ਨਹੀਂ ਅੰਦਾਜ਼ਾ, ਲੇਕਿਨ ਥੋੜ੍ਹਾ ਪਤਾ ਹੈ ਨਾ। ਇਹ ਸਕੂਰਾ ਯਾਨੀ ਕਿ ਜੈਪਨੀਜ਼ ਚੈਰੀ ਬਲੋਸਮ ਦਾ ਇੱਕ ਦਰਖਤ ਹੈ। ਮਾਸ਼ਾਅੱਲਾ ਪੂਰਾ ਬਲੂਮ ਹੋਇਆ ਹੈ, ਬਹੁਤ ਹੀ ਖੂਬਸੂਰਤ ਲੱਗ ਰਿਹਾ। ਔਰ ਫੁੱਲਾਂ ਦੀ ਖੁਸ਼ਬੂ ਵੀ ਕਾਫੀ ਆ ਰਹੀ ਹੈ। ਇਹ ਜਿਹੜਾ ਪਿੱਛੇ ਤੁਸੀਂ ਬਿਲਡਿੰਗਸ ਵੇਖ ਰਹੇ ਹੋ, ਇਹ 2 ਵੱਡੀਆਂ ਇਹ ਰਿਹਾਇਸ਼ੀ ਏਰੀਆ ਨੇ। ਜ਼ਿਆਦਾਤਰ ਲੋਕ ਇਸ ਤਰ੍ਹਾਂ ਹੀ ਅਪਾਰਟਮੈਂਟ ਦੇ ਵਿੱਚ ਰਹਿੰਦੇ ਨੇ ਔਰ ਕਿਰਾਇਆ ਦਿੰਦੇ ਨੇ। ਲੇਕਿਨ ਦਿਲਚਸਪ ਗੱਲ ਇਹ ਵੇ ਕਿ ਜਾਪਾਨ ਦੇ ਵਿੱਚ ਜਿੰਨਾ ਤੁਹਾਡਾ ਕਿਰਾਇਆ ਹੈ ਨਾ, ਉਨੀ ਹੀ ਤੁਹਾਡੇ ਮਕਾਨ ਦੀ ਕਿਸ਼ਤ ਬਣਦੀ। ਯਾਨੀ ਕਿ ਅਗਰ ਤੁਹਾਨੂੰ ਪਤਾ ਹੈ ਨਾ ਕਿ ਤੁਸੀਂ ਹਮੇਸ਼ਾ ਇੱਥੇ ਹੀ ਰਹਿਣਾ, ਤਾਂ ਬਿਹਤਰ ਹੈ ਕਿ ਤੁਸੀਂ ਆਪਣਾ ਮਕਾਨ ਲੈ ਲਵੋ। ਮਿਸਾਲ ਦੇ ਤੌਰ 'ਤੇ ਇੱਕ ਮਕਾਨ ਅਗਰ ਨਵਾਂ ਬਣਿਆ ਨਾ, ਅਤੇ ਉਹਦੀ 35 ਸਾਲ ਦੀ ਅਗਰ ਕਿਸ਼ਤ ਕੀਤੀ ਜਾਏ, ਜਿਹੜਾ ਕਿ ਉਹਨਾਂ ਨੁੱਕਰ ਵਾਲਾ ਮਕਾਨ ਹੈ, ਅਗਰ ਇਹਦੀ 35 ਸਾਲ ਦੀ ਕਿਸ਼ਤ ਕੀਤੀ ਜਾਏ ਨਾ, ਅਤੇ ਮੰਥਲੀ ਤੁਹਾਡਾ ਸਮਝ ਲਓ ਕਿ 1 ਲੱਖ ਰੁਪਇਆ ਕਿਸ਼ਤ ਬਣੇਗੀ। ਅਤੇ ਅਗਰ ਤੁਸੀਂ ਇਸ ਤਰ੍ਹਾਂ ਦੇ ਇੱਕ ਅੱਛੇ ਮਕਾਨ 'ਚ ਰਹਿਣਾ ਚਾਹੁੰਦੇ ਹੋ, ਅਤੇ ਇਹਦਾ ਕਿਰਾਇਆ ਵੀ ਜਿਹੜਾ ਤੁਹਾਨੂੰ 1 ਲੱਖ ਰੁਪਏ ਹੀ ਦੇਣਾ ਪੈਣਾ ਮੰਥਲੀ। ਇਹੀ ਵਜ੍ਹਾ ਹੈ ਕਿ ਅਗਰ ਤੁਹਾਨੂੰ ਪਤਾ ਲੱਗ ਜੇ ਨਾ ਕਿ ਮੈਂ ਇੱਥੇ ਹੀ ਰਹਿਣਾ ਹਮੇਸ਼ਾ, ਅਤੇ ਤੁਸੀਂ ਬਿਹਤਰ ਹੈ ਕਿ ਆਪਣਾ ਜ਼ਾਤੀ ਮਕਾਨ ਲੈ ਲਓ। ਇਹ ਵੇਖ ਰਹੇ ਹੋ ਇੱਥੇ ਫਿਰ ਇੱਕ ਮੌਜੂਦ ਹੈ। ਇਹ ਹਰ ਥੋੜ੍ਹੇ ਏਰੀਏ ਤੋਂ ਬਾਅਦ ਤੁਹਾਨੂੰ ਉਹ ਅੱਗੇ ਫਿਰ ਇੱਕ ਮਿਲੇਗਾ, ਯਾਨੀ ਕਿ ਜਿੱਥੇ ਵੀ ਅੱਗ ਲੱਗੇ ਫੌਰੀ ਤੌਰ 'ਤੇ ਫਾਇਰ ਬ੍ਰਿਗੇਡ ਨੂੰ ਪਾਣੀ ਮਿਲ ਜਾਏ। ਇੱਕ ਇਹ ਵੇਖੋ, ਇੱਕ ਇਹ ਵੀ ਪਲਾਟ ਖਾਲੀ ਹੈ। ਇਹ ਪਲਾਟ ਵੀ ਵਿਕਣ ਵਾਸਤੇ ਲੱਗਾ ਹੋਇਆ। ਠੀਕ ਹੈ, ਓਪਨ ਹਾਊਸ ਇੱਕ ਬੜਾ ਵੱਡਾ ਇੱਕ ਇਦਾਰਾ ਹੈ ਜਿਹੜਾ ਕਿ ਮਕਾਨ ਵੇਚਦਾ, ਜ਼ਮੀਨ ਵੇਚਦਾ, ਫਿਰ ਮਕਾਨ ਵੇਚਦਾ। ਠੀਕ ਹੈ, ਇੱਥੇ ਵੀ ਮਕਾਨ ਥੋੜ੍ਹੇ ਦਿਨਾਂ ਤੱਕ ਬਣ ਜਾਏਗਾ। ਇਹ ਜਿਹੜਾ ਮਕਾਨ ਹੈ ਮੇਰੇ ਪਿੱਛੇ ਬਲੈਕ ਕਲਰ ਦਾ, ਇਹ ਵੇਖੋ ਕਿੰਨਾ ਖੂਬਸੂਰਤ ਹੈ। ਔਰ ਇਹ ਕਾਫੀ ਵੱਡੀ ਜਗ੍ਹਾ ਹੈ, ਕਾਫੀ ਵੱਡਾ ਮਕਾਨ ਸਮਝਿਆ ਜਾਂਦਾ ਇੱਥੇ। ਇਹਦੀ ਕੀਮਤ ਕਮ ਅਜ਼ ਕਮ ਜਿਹੜੀ ਨਾ ਕੋਈ ਪਾਕਿਸਤਾਨੀ ਕੋਈ 8-10 ਕਰੋੜ ਰੁਪਇਆ ਹੋਏਗੀ। ਇਹ ਬਾਬਾ ਜੀ ਜਿਹੜੇ ਨੇ ਆਪਣੇ ਫੁੱਲ ਬੂਟੇ ਜਿਹੜੇ ਨਾ ਉਹਨਾਂ ਨਾਲ ਕਰ ਰਹੇ ਨੇ। ਬੁੱਢੇ ਲੋਕਾਂ ਨੂੰ ਬਾਗਬਾਨੀ ਦਾ ਬਹੁਤ ਜ਼ਿਆਦਾ ਸ਼ੌਕ ਹੁੰਦਾ ਹੈ। ਠੀਕ ਹੈ, ਅਤੇ ਉਹ ਸਾਰਾ ਦਿਨ ਨਾ ਆਪਣੇ
ਪੌਦਿਆਂ ਨੂੰ ਟਾਈਮ ਦਿੰਦੇ ਨੇ। ਇਹ ਸੜਕ ਦੇ ਉੱਤੇ ਇੱਕ ਲਿਖਿਆ 30 ਦਾ ਮਤਲਬ ਹੈ ਕਿ ਇੱਥੇ ਤੁਸੀਂ 30 ਦੀ ਸਪੀਡ 'ਤੇ ਜਾਣਾ, ਕਿਉਂਕਿ ਇੱਥੇ ਬੱਚੇ ਵਗੈਰਾ ਗੁਜ਼ਰਦੇ ਹੋਣਗੇ ਜਾਂ ਗਲੀ ਹੈ ਨਾ, ਗਲੀ ਦੇ ਵਿੱਚ ਸਪੀਡ ਤੁਸੀਂ ਜ਼ਿਆਦਾ ਨਹੀਂ ਚਲਾ ਸਕਦੇ। ਇਹ ਵੇਖੋ ਇੱਕ ਪਲਾਟ ਹੈ ਵੀ ਖਾਲੀ ਹੈ, ਵਿਕਣ ਵਾਸਤੇ ਇਹ ਵੀ ਲੱਗਾ ਹੋਇਆ। ਨਵੇਂ ਮਕਾਨ ਅਤੇ ਪੁਰਾਣੇ ਮਕਾਨ 'ਚ ਤੁਹਾਨੂੰ ਕਾਫੀ ਫ਼ਰਕ ਮਿਲੇਗਾ ਦੇਖਣ ਨੂੰ ਨਾ। ਵੇਖੋ ਇੱਕ ਫਿਰ ਉਹ ਆ ਗਿਆ ਨਾ ਫਾਇਰ ਬ੍ਰਿਗੇਡ ਦਾ। ਔਰ ਤੁਸੀਂ ਇੱਕ ਹੋਰ ਚੀਜ਼ ਨੋਟ ਕੀਤੀ ਹੋਏਗੀ ਕਿ ਇੱਥੇ ਤਕਰੀਬਨ ਹਰ ਘਰ ਦੇ ਬਾਹਰ ਗੱਡੀ ਹੈ। 2-2 3-3 ਗੱਡੀਆਂ ਵੀ ਨੇ ਕਈਆਂ ਦੇ ਕੋਲ ਨਾ, ਲੇਕਿਨ ਇੱਕ ਗੱਡੀ ਤੇ ਲਾਜ਼ਮੀ ਹੈ। ਖਾਮੋਸ਼ੀ ਵੇਖ ਰਹੇ ਹੋ ਕਿੰਨੀ ਇੱਥੇ। ਅਕਸਰ ਤੁਸੀਂ ਜ਼ਿਆਦਾਤਰ ਹੁਣ ਵੀਡੀਓ ਦੇ ਵਿੱਚ ਅਕਸਰ ਤੁਸੀਂ ਵੇਖੋਗੇ ਕਿ ਔਰਤਾਂ ਸਾਈਕਲ 'ਤੇ ਆ ਰਹੀਆਂ ਨੇ, ਉਹ ਮਾਵਾਂ ਨੇ ਔਰ ਨਾਲ ਉਹਨਾਂ ਦੇ ਬੱਚੇ ਨੇ। ਉਹ ਆਪਣੇ ਬੱਚਿਆਂ ਨੂੰ ਪਾਰਕਾਂ ਦੇ ਵਿੱਚੋਂ ਖਿਡਾਉਣ ਲੈ ਜਾਂਦੀਆਂ ਨੇ। 2-3 ਘੰਟੇ ਬੱਚੇ ਪਾਰਕ 'ਚ ਖੇਡਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਨਾ ਕਿ ਵਾਪਸ ਆ ਜਾਂਦੇ ਨੇ, ਫਿਰ ਘਰ ਚਲੇ ਜਾਂਦੇ ਨੇ। ਲੋਕ ਬਹੁਤ ਜ਼ਿਆਦਾ ਪੁੱਛਦੇ ਨੇ ਕਿ ਸ਼ੁਏਬ ਭਾਈ ਤੁਹਾਡਾ ਸਫਾਈ ਦੇ ਵਿੱਚ ਦਿਲ ਨਹੀਂ ਖ਼ਰਾਬ ਹੁੰਦਾ? ਪੂਰੀ ਦੁਨੀਆ ਦੇ ਵਿੱਚੋਂ ਇਹ ਸਾਡਾ ਹੀ ਨਹੀਂ ਸਿਰਫ ਹਾਲ, ਚਲੋ ਅਸੀਂ ਤਾਂ ਫਿਰ ਸਫਾਈ ਨੂੰ ਜ਼ਿਆਦਾ ਮਹਿਸੂਸ ਕਰਨੇ ਹਾਂ ਨਾ। ਈਵਨ ਕਿ ਗੋਰੇ, ਮੈਂ ਜਦੋਂ ਟੂਰ ਦਾ ਕੰਮ ਕਰਨਾ ਵਾ, ਜਦੋਂ ਕਈ ਅਕਸਰ ਲਾਸਟ ਮੈਂ ਇੱਕ ਅਮਰੀਕਨ ਕਪਲ ਸੀ, ਉਹਨਾਂ ਨੂੰ ਲੈ ਕੇ ਫਿਰ ਰਿਹਾ ਸਾਂ ਨਾ ਮੈਂ, ਅਤੇ ਉਹ ਇੱਕੋ ਹੀ ਗੱਲ ਬਾਰ-ਬਾਰ ਕਰਦੇ ਸਨ ਕਿ ਯਾਰ ਸਫਾਈ ਦਾ ਐਂਡ ਲੈਵਲ, ਸਫਾਈ ਐਂਡ ਇੱਥੇ ਮਤਲਬ ਹੈ ਕਿ ਇਹ ਹੁਣ ਮੈਂ ਤਕਰੀਬਨ ਅੱਧਾ ਪੌਣਾ ਘੰਟਾ ਫਿਰਦਾ ਰਹਾਂ ਇਸ ਤਰ੍ਹਾਂ ਕੈਮਰਾ ਲੈ ਕੇ, ਕੋਈ ਚੀਜ਼ ਤੁਹਾਨੂੰ ਨਜ਼ਰ ਨਹੀਂ ਆਉਣੀ, ਕੋਈ ਰੈਪਰ ਨਜ਼ਰ ਨਹੀਂ ਆਉਣਾ, ਕੋਈ ਕੁਝ ਨਹੀਂ ਨਜ਼ਰ ਨਹੀਂ ਆਉਣਾ। ਜਾਪਾਨ ਦੀ ਸਫਾਈ ਦੀ ਸਭ ਤੋਂ ਵੱਡੀ ਰੀਜ਼ਨ ਇਹ ਵੇ ਕਿ ਲੋਕ ਜਿਹੜੇ ਨਾ ਆਪਣਾ ਜਿੰਨਾ ਵੀ ਇਹ ਕੂੜਾ ਵਗੈਰਾ ਹੁੰਦਾ ਨਾ, ਉਹ ਸਾਰਾ ਆਪਣੇ ਘਰ ਲੈ ਕੇ ਜਾਂਦੇ ਨੇ ਔਰ ਘਰ ਜਾ ਕੇ ਆਪਣੇ ਅਲੱਗ-ਅਲੱਗ ਜਗ੍ਹਾ 'ਤੇ ਕੂੜੇ ਨੂੰ ਸੁੱਟਦੇ ਨੇ। ਯਾਨੀ ਕਿ ਪਲਾਸਟਿਕ ਵਾਲਾ ਕੂੜਾ ਪਲਾਸਟਿਕ ਵਾਲੀ ਜਗ੍ਹਾ 'ਤੇ ਸੁੱਟਣਾ। ਇੱਥੇ ਕੂੜਾ ਮਿਕਸ ਨਹੀਂ ਕਰ ਸਕਦੇ। ਲੋਹਾ ਜਿਹੜਾ ਉਹ ਲੋਹੇ ਦਾ ਅਲੱਗ ਛੈਪਰ ਰੱਖਿਆ ਹੋਏਗਾ, ਮਤਲਬ ਮੈਟਲ ਵਗੈਰਾ ਨਾ। ਲੇਕਿਨ ਇੱਕ ਨਾਲ ਤੁਹਾਨੂੰ ਛੋਟੀ ਜਿਹੀ ਡਾਰਕ ਸਾਈਡ ਵੀ ਦਿਖਾਉਂਦਾ ਵਾਂ। ਇਹ ਵੇਖ ਰਹੇ ਹੋ, ਇਹ ਇੱਕ ਨਾਲਾ ਹੈ ਨਾ ਛੋਟਾ ਜਿਹਾ। ਜਦੋਂ ਇਸ ਨਾਲੇ ਦੇ ਵਿੱਚ ਪਾਣੀ ਯਾਨੀ ਕਿ ਖ਼ਤਮ ਹੁੰਦਾ ਹੈ ਨਾ, ਉਦੋਂ ਥੱਲੇ ਬਹੁਤ ਜ਼ਿਆਦਾ ਗੰਦ ਨਜ਼ਰ ਆਉਂਦਾ ਹੈ। ਯਾਨੀ ਕਿ ਇਹ ਜਿਹੜੇ ਜਾਪਾਨੀ ਨੇ ਨਾ, ਇਹ ਵੀ ਬੜੇ ਕਈ ਦਫਾ ਦਾਲ ਆਉਂਦੇ ਨੇ। ਪਾਣੀ ਦੇ ਵਿੱਚ ਕੋਈ ਚੀਜ਼ ਸੁੱਟੋ, ਜ਼ਾਹਿਰ ਗੱਲ ਉਹ ਥੱਲੇ ਡੁੱਬ ਜਾਂਦੀ, ਉਹ ਨਜ਼ਰ ਨਹੀਂ ਆਉਂਦੀ ਨਾ ਵਕਤੀ ਤੌਰ 'ਤੇ। ਅਤੇ ਇਹ ਰਸਤੇ 'ਚ ਜਾਂਦੇ ਹੋਏ ਨਾ ਇੱਥੇ ਦਾਲ ਆਉਂਦੇ ਨੇ, ਸੁੱਟ ਜਾਂਦੇ ਨੇ ਚੀਜ਼ਾਂ। ਫਿਰ ਜਦੋਂ ਇਹ ਨਹਿਰ ਦੀਆਂ ਸਫਾਈ ਵਗੈਰਾ ਕਰਦੇ ਨੇ, ਥੱਲੋਂ ਬਹੁਤ ਜ਼ਿਆਦਾ ਗੰਦ ਨਿਕਲਦਾ। ਇਹਦਾ ਮਕਸਦ ਇਹ ਵੇ ਕਿ ਇੱਥੇ ਇਹਨਾਂ ਨੂੰ ਡੰਡਾ ਦਿੱਤਾ ਜਾਂਦਾ ਸਫਾਈ ਦਾ। ਇਹ ਮਕਸਦ ਨਹੀਂ ਕਿ ਇਹ ਬੜੇ ਹੀ ਚੰਗੇ ਨੇ, ਫਰਿਸ਼ਤੇ ਨੇ। ਮੈਨੂੰ ਨਾਲ ਕਲੀਅਰ ਵੀ ਕਰਨਾ ਪੈਂਦਾ ਨਾ, ਕਿਉਂਕਿ ਇਸੇ ਵੀਡੀਓ 'ਚ ਕਈ ਲੋਕ ਕਹਿਣਗੇ ਕਿ ਤੂੰ ਬਹੁਤ ਜ਼ਿਆਦਾ ਤਾਰੀਫਾਂ ਕਰਦਾ। ਐਸੀ ਗੱਲ ਨਹੀਂ ਹੈ। ਇੱਕ ਹੋਰ ਤੁਹਾਨੂੰ ਇੱਥੇ ਦੀ ਖੂਬਸੂਰਤੀ ਦੱਸਣਾ ਵਾ ਜਾਪਾਨ ਦੀ ਲਾਈਫ ਦੀ ਨਾ। ਉਹ ਪਿੱਛੇ ਰਿਹਾਇਸ਼ੀ ਏਰੀਆ, ਪਿੱਛੇ ਗਲੀਆਂ ਨੇ, ਸਾਰੇ ਮਕਾਨ ਵਗੈਰਾ ਨੇ, ਠੀਕ ਹੈ। ਔਰ ਮਕਾਨਾਂ ਦੇ ਵਿੱਚ ਨਾ ਫੈਕਟਰੀਜ਼ ਵੀ ਨੇ। ਇਹ ਵੇਖ ਰਹੇ ਹੋ, ਇਹ ਇੱਕ ਫੈਕਟਰੀ ਹੈ। ਇੱਥੇ ਟਰੱਕ ਲੱਗਦੇ ਨੇ। ਇਹ ਕੋਈ ਨਾ ਫੂਡ ਫੈਕਟਰੀ ਹੈ। ਇਹਦੇ ਅੰਦਰ ਯਾਨੀ ਕਿ ਸਮਝ ਲਓ ਕਿ ਫਰਿੱਜ ਲੱਗੇ ਨੇ, ਪੂਰੀ ਫੈਕਟਰੀ ਇਹਦੇ ਅੰਦਰ ਫਰਿੱਜ ਹੈ। ਫਰੈਸ਼ ਫੂਡ ਇੱਥੋਂ ਟਰੱਕਾਂ ਦੇ ਵਿੱਚ ਲੋਡ ਹੁੰਦਾ। ਅਤੇ ਇੱਥੇ ਬਹੁਤ ਜ਼ਿਆਦਾ ਲੋਕ ਜਿਹੜੇ ਕੰਮ ਕਰਦੇ ਨੇ, ਉਹ ਇਹਨਾਂ ਗਲੀਆਂ ਮੁਹੱਲਿਆਂ ਦੇ ਵਿੱਚੋਂ ਹੀ ਆਉਂਦੇ ਨੇ। ਇਹ ਫੈਕਟਰੀ ਜਿਹੜੀ ਹੈ, ਇਹ ਤਕਰੀਬਨ ਮੇਰੇ ਕੋਈ ਪਿਛਲੇ 3-4 ਮਹੀਨੇ ਦੇ ਅੰਦਰ ਵੇਖਦਿਆਂ ਬਣੀ ਹੈ, ਠੀਕ ਹੈ। ਇਹ ਨਵੀਂ ਫੈਕਟਰੀ ਬਣੀ ਇੱਥੇ। ਅਤੇ ਮੇਰੀ ਵਾਈਫ ਜਿਹੜੀ ਉਹ ਵੀ ਇੱਥੇ ਹੀ ਕਿਸੇ ਜਗ੍ਹਾ 'ਤੇ ਕਿਸੇ ਫੈਕਟਰੀ ਦੇ ਵਿੱਚ ਜੋਬ ਕਰਦੀ ਹੈ। ਅਤੇ ਇੱਥੇ ਇਹ ਯਾਨੀ ਕਿ ਫਾਇਦਾ ਹੁੰਦਾ ਕਿ ਜੋਬਸ ਬਹੁਤ ਜ਼ਿਆਦਾ ਹੁੰਦੀਆਂ ਨੇ। ਤੁਸੀਂ ਆਪਣੀ ਮਰਜ਼ੀ ਦੀ ਜੋਬ ਚੂਜ਼ ਕਰ ਸਕਦੇ ਹੋ, ਆਪਣੀ ਮਰਜ਼ੀ ਦਾ ਟਾਈਮ ਚੂਜ਼ ਕਰ ਸਕਦੇ ਹੋ। ਜਿਹੜੀਆਂ ਔਰਤਾਂ ਹੁੰਦੀਆਂ ਨੇ, ਉਹ ਸਾਈਕਲ ਦੇ ਉੱਤੇ ਬਗੈਰ ਮੇਨ ਸੜਕ 'ਤੇ ਗਏ ਹੋਏ ਤਕਰੀਬਨ 1.5-2 ਮਿੰਟ ਦੇ ਵਿੱਚ ਸਾਈਕਲ ਚਲਾ ਕੇ ਆਪਣੇ ਕੰਮ 'ਤੇ ਪਹੁੰਚ ਜਾਂਦੀਆਂ ਨੇ। ਫਿਰ ਇੱਕ ਹੋਰ ਬੜੀ ਦਿਲਚਸਪ ਚੀਜ਼ ਤੁਸੀਂ ਨੋਟ ਕਰੋਗੇ ਕਿ ਇੱਥੇ ਕੋਈ ਵੀ ਐਕਸਟਰਾ ਥੜੀ ਨਹੀਂ ਬਾਹਰ ਨਿਕਲੀ ਹੋਈ। ਯਾਨੀ ਕਿ ਕਿਸੇ ਵੀ ਘਰ ਨੇ ਨਾ ਆਪਣੀ ਕੋਈ ਐਕਸਟਰਾ ਥੜੀ ਗਲੀ ਤੋਂ ਬਾਹਰ ਨਹੀਂ ਕੱਢੀ। ਹੱਥੋਂ ਲਿਮਕਾਉਣ ਦੀ ਕੋਸ਼ਿਸ਼ ਵੇਖੋ ਨਾ, ਗੱਡੀ ਹੈ ਅਤੇ ਗੱਡੀ ਪੂਰੀ ਜਿਹੜਾ ਨਾ ਕਿ ਅੰਦਰ ਲੱਗੀ ਹੋਈ ਹੈ, ਕੋਈ ਬਾਹਰ ਨਹੀਂ ਨਿਕਲੀ ਹੋਈ, ਠੀਕ ਹੈ ਨਾ। ਅਤੇ ਵੇਖ ਲਓ, ਦੂਰ ਤੱਕ ਵੇਖੋਗੇ ਨਾ ਤੁਹਾਨੂੰ ਗਲੀ ਬਿਲਕੁਲ ਸਿੱਧੀ ਸਟਰੇਟ ਨਜ਼ਰ ਆਏਗੀ ਔਰ ਬਿਲਕੁਲ ਸਾਫ ਸੁਥਰੀ। ਇਸ ਵਜ੍ਹਾ ਤੋਂ ਜਾਪਾਨ ਦੇ ਵਿੱਚ ਛੋਟੀਆਂ ਗੱਡੀਆਂ ਦਾ ਜ਼ਿਆਦਾ ਰੁਝਾਨ ਹੈ, ਕਿਉਂਕਿ ਇਹਨਾਂ ਕੋਲ ਜਗ੍ਹਾ ਨਹੀਂ ਹੁੰਦੀ। ਜਾਪਾਨ ਮੇਰੇ ਹਾਲੇ ਪੂਰੀ ਦੁਨੀਆ ਦੇ ਵਿੱਚ ਐਸਾ ਮੁਲਕ ਵਾਹਿਦ ਹੋਏਗਾ ਜਿੱਥੇ ਹਾਲੇ ਵੀ 660 ਸੀਸੀ ਗੱਡੀ ਬਹੁਤ ਜ਼ਿਆਦਾ ਇਸਤੇਮਾਲ ਹੁੰਦੀ ਹੈ। ਔਰ ਇਹ 660 ਸੀਸੀ ਗੱਡੀਆਂ ਬਹੁਤ ਅੱਛੀਆਂ ਬਣਾਉਂਦੇ ਨੇ। ਹੁਣ ਇਹ ਵੇਖੋ ਨਾ, ਗੱਡੀ ਥੋੜ੍ਹੀ ਜਿਹੀ ਬਾਹਰ ਹੈ ਯਾਨੀ ਕਿ ਪਾਰਕਿੰਗ ਤੋਂ, ਲੇਕਿਨ ਇਹ ਅਗਰ ਇਹ 660 ਸੀਸੀ ਹੁੰਦੀ ਤਾਂ ਇਹ ਬਿਲਕੁਲ ਅੰਦਰ ਹੁੰਦੀ, ਜਿਸ ਤਰ੍ਹਾਂ ਕਿ ਉਹ ਗੱਡੀ ਲੱਗੀ ਹੋਈ ਹੈ ਬਿਲਕੁਲ ਪੂਰੀ ਅੰਦਰ। ਇਹ ਮੈਂ ਦੱਸਣਾ ਚਾਹ ਰਿਹਾ ਸਾਂ ਕਿ ਬਿਲਕੁਲ ਨਾ ਕੋਈ ਐਕਸਟਰਾ ਥੜੀ ਜਿਹੜੀ ਹੈ ਨਾ ਉਹ ਬਾਹਰ ਨਹੀਂ ਨਿਕਲੀ ਹੁੰਦੀ। ਅੱਛਾ, ਹੁਣ ਇੱਕ ਹੋਰ ਸ਼ਾਇਦ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਆਏਗਾ ਕਿ ਇੱਥੇ ਦੁਕਾਨਾਂ ਵਗੈਰਾ, ਪਰਚੂਨ ਦੀਆਂ ਦੁਕਾਨਾਂ, ਯੇ ਵੋ ਸੌਦਾ ਸਰਫ ਲੈਣ ਵਾਲੀਆਂ ਦੁਕਾਨਾਂ, ਉਹ ਕਿੱਥੇ ਹੁੰਦੀਆਂ ਨੇ? ਉਹਦੀ ਵਜ੍ਹਾ ਇਹ ਵੇ ਕਿ ਇੱਥੇ ਨਾ ਕਨਵੀਨੀਅੰਸ ਸਟੋਰ ਬਹੁਤ ਜ਼ਿਆਦਾ ਹੁੰਦੇ ਨੇ, ਜਿਸ ਤਰ੍ਹਾਂ ਕਿ 7-11 ਹੋ ਗਿਆ, ਯੇ ਵੋ। ਔਰ ਉਹ ਹਰ 1 ਕਿਲੋਮੀਟਰ ਦੇ ਅੰਦਰ 2-2 3-3 ਲਾਜ਼ਮੀ ਹੁੰਦੇ ਨੇ ਰਿਹਾਇਸ਼ੀ ਏਰੀਆਜ਼ ਦੇ ਵਿੱਚ ਨਾ। ਹੁਣ ਮੈਂ ਤੁਹਾਨੂੰ ਉਹ ਵੀ ਵਿਖਾਉਂਦਾ ਵਾਂ।
ਦੂਸਰੀ ਗਲੀ ਛੱਡ ਕੇ, ਇੱਕ ਗਲੀ ਛੱਡ ਕੇ ਤੇ ਤੁਹਾਨੂੰ ਉਹ ਸਟੋਰ ਵੀ ਵੇਖਣ ਨੂੰ ਮਿਲ ਜਾਏਗਾ। ਇੱਥੇ ਵੱਡੇ 3 ਕਿਸਮ ਦੇ ਸਟੋਰਸ ਨੇ, ਉਹਨਾਂ ਦੇ ਨਾਂ ਨੇ, ਇੱਕ ਫੈਮਿਲੀ ਮਾਰਟ ਹੈ, ਇੱਕ 7-11 ਹੈ, ਇੱਕ ਲੌਸਨ ਹੈ, ਔਰ ਉਹਨਾਂ ਤੋਂ ਦੁਨੀਆ ਜਹਾਨ ਦੀ ਹਰ ਚੀਜ਼ ਮਿਲਦੀ ਹੈ। ਇਹ ਸਾਹਮਣੇ ਪਾਰਕ ਹੈ ਤੇ ਬੱਚੇ ਖੇਡ ਰਹੇ ਨੇ, ਸਾਈਕਲਾਂ ਦੇ ਉੱਤੇ ਆ ਗਏ ਨੇ। 日本語わかる わかる。わかるおーなんか恐ろしいもん持ってんな。ああ、それか。機関銃かな思って。ジンブル。ああ、日本の風景撮ってんの。そうです。おー日本住んでる外国人の生活。を撮ってんの。そうですそうなんや。どこの国パキスタン。あ、パキスタン。あ、大変なとこや。大丈夫。Hello。ハロー。この辺に住んでんの4丁目。あ、4丁目おーほんま。どうですか、日本は。湿気がすごい。日本大好きです。日本大好き。食べ物美味しい。イエーイ。映っとされてな。映ってんねやがあかんで。おばば映っても、こっちは若いから、こっち。こっち若いから。シェビー。日本カモン。日本かも。ありがとう। ਨਾ ਓਰੇ ਹੋ ਜਾ ਇਹ ਤਾਂ ਬੜੀ ਦਿਲਚਸਪ ਚੀਜ਼ ਹੋਈ ਹੈ ਕਿ ਇਹ ਮੇਰੇ ਹੱਥ ਦੇ ਵਿੱਚ ਨਾ ਇੱਕ ਗਿੰਬਲ ਹੈ, ਠੀਕ ਹੈ, ਤੇ ਉਹ ਦੋ ਮਾਵਾਂ ਆਪਣੇ ਬੱਚਿਆਂ ਨੂੰ ਲੈ ਕੇ ਆਈਆਂ ਨੇ। ਇਹ ਬਹੁਤ ਜ਼ਿਆਦਾ ਆਪਣੇ ਬੱਚਿਆਂ ਨੂੰ ਲੈ ਕੇ ਸਿਕਿਉਰ ਹੁੰਦੀਆਂ ਨੇ, ਤੇ ਉਹ ਔਰਤ ਜਿਹੜੀ ਹੈ ਨਾ, ਉਹ ਜਦੋਂ ਥੋੜੀ ਜਿਹੀ ਗੱਲ ਹੋਈ ਨਾ, ਤੇ ਉਹਨੂੰ ਪਤਾ ਲੱਗਾ ਕਿ ਇਹ ਬੰਦੇ ਨੂੰ ਜਾਪਾਨੀ ਵੀ ਆਉਂਦੀ ਹੈ, ਤੇ ਕਹਿੰਦੀ ਕਿ ਮੈਂ ਸਮਝਿਆ ਤੂੰ ਹੱਥ ਦੇ ਵਿੱਚ ਕੋਈ ਚਾਕੂ ਜਾਂ ਕੋਈ ਐਸੀ ਚੀਜ਼ ਫੜੀ ਹੋਈ ਹੈ, ਤੇ ਮੈਂ ਬਹੁਤ ਜ਼ਿਆਦਾ ਦਿਲ 'ਚ ਡਰ ਗਈ ਸਾਂ। ਇਹ ਐਵੇਂ ਹੀ ਡਰ ਜਾਂਦੇ ਨੇ ਚੀਜ਼ ਦੇ, ਕਿ ਨਾ ਬਹੁਤ ਜ਼ਿਆਦਾ ਨਾ ਐਕਸਟਰਾ ਸੋਚਦੇ ਨੇ ਜਾਪਾਨੀ। ਹੁਣ ਮੈਂ ਉਹਨਾਂ ਨਾਲ ਗੱਲ ਕੀਤੀ ਹੈ ਥੋੜ੍ਹੀ ਜਿਹੀ, ਉਹਨਾਂ ਨੂੰ ਦੱਸਿਆ ਕਿ ਮੈਂ ਪਿਛਲੀ ਗਲੀ 'ਚ ਹੀ ਰਹਿਣਾ ਵਾਂ, ਤੇ ਉਹਨਾਂ ਨੂੰ ਨਾਲੇ ਪਤਾ ਲੱਗ ਗਿਆ ਕੀ ਸ਼ੈ ਵੇ, ਤੇ ਹੁਣ ਉਹ ਠੀਕ ਨੇ। ਅਦਰਵਾਈਜ਼ ਜ਼ਿਆਦਾਤਰ ਇਹ ਨਾ ਗਲਤ ਫਹਿਮੀਆਂ ਪਾਲ ਲੈਂਦੇ ਨੇ ਫੋਰਨਰਸ ਦੇ ਬਾਰੇ 'ਚ ਨਾ। ਹੁਣ ਬਾਏ ਬਾਏ, ਅਰੀਗਾਤੋ ਮਾਤਾ ਹਾਈ ਮਸ਼ੋ, ਬਾਏ ਬਾਏ ਕਰਦੀਆਂ ਪਈਆਂ, ਕਹਿੰਦੀਆਂ ਨੇ ਕਿ ਇੱਥੇ ਹੀ ਸਾਡਾ ਘਰ ਹੈ ਪਿਛਲੀ ਗਲੀ 'ਚ ਨਾ, ਤੇ ਤੂੰ ਫਿਰ ਇੱਥੇ ਤੇਰੇ ਨਾਲ ਅਸੀਂ ਮੁਲਾਕਾਤ ਕਰਾਂਗੇ। ਇਹ ਆਪਣੇ ਬੱਚਿਆਂ ਨੂੰ ਖਿਡਾਉਣ ਲੈ ਕੇ ਆਈਆਂ ਸਨ, ਠੀਕ ਹੈ। ਤੇ ਬੜਾ ਇਹ ਕਿਹਦਾ, ਇਹ ਹੈਲਮਟ ਲੱਗਦਾ ਭੁੱਲ ਗਈ ਹੈ। ਖਾਇਓ ਸਾ ਹੈਲਮਟ ਭੁੱਲ ਗਈ ਹੈ।バイバイ。ਬਾਏ ਬਾਏ ਬਾਏ। ਹੈਲਮਟ ਭੁੱਲ ਗਈਆਂ ਸਨ, ਆਪਣਾ ਹੈਲਮਟ ਦਿੱਤਾ ਉਹਨਾਂ ਨੂੰ। ਤੇ ਇਹ ਮੈਂ ਕਹਿ ਰਿਹਾ ਸਾਂ ਕਿ ਉਹ ਨਾ ਮੇਰੇ ਹੱਥ ਦੇ ਵਿੱਚ ਗਿੰਬਲ ਸੀ, ਤੇ ਗਿੰਬਲ ਨੂੰ ਵੇਖ ਕੇ ਨਾ ਬਹੁਤ ਜ਼ਿਆਦਾ ਡਰ ਗਈਆਂ ਕਿ ਇਹ ਬੰਦਾ ਕੋਈ ਪਤਾ ਨਹੀਂ ਕੀ ਸ਼ੈ ਲੈ ਕੇ ਆ ਗਿਆ, ਬੱਚਿਆਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ। ਇਹ ਫਜ਼ੂਲ 'ਚ ਬਹੁਤ ਜ਼ਿਆਦਾ ਚੀਜ਼ਾਂ ਸੋਚ ਲੈਂਦੇ ਨੇ, ਇਹ ਉਲਟਾ ਸਾਨੂੰ ਨੁਕਸਾਨ ਹੁੰਦਾ। ਮੇਰੇ ਕੋਲ ਪੁੱਛ ਰਹੀਆਂ ਸਨ ਕਿ ਤੂੰ ਕਿਸ ਮੌਜੂ 'ਤੇ ਵੀਡੀਓ ਬਣਾਉਂਦਾ ਹੈ ਨਾ, ਅਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਜਾਪਾਨ ਦੇ ਵਿੱਚ ਰਹਿਣ ਵਾਲੇ ਫੋਰਨਰ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰਦੇ ਨੇ, ਔਰ ਜਾਪਾਨੀ ਕਿਸ ਤਰ੍ਹਾਂ ਰਹਿੰਦੇ ਨੇ, ਇਹਨਾਂ ਦਾ ਕੀ ਮਹੱਲਾ ਸ਼ਲਾ ਇਹ ਉਹ ਗਲੀ ਮੁਹੱਲੇ ਕਿਸ ਤਰ੍ਹਾਂ ਦੇ ਨੇ, ਉਹ ਅੱਜ ਦੀ ਵੀਡੀਓ 'ਚ ਦਿਖਾ ਰਿਹਾ। ਅਤੇ ਕਹਿੰਦੇ ਨੇ ਕਿ ਇਹ ਵੀ ਗੱਲ ਲਾਜ਼ਮੀ ਦੱਸੀ ਕਿ ਅਸੀਂ ਬੁਰੇ ਨਹੀਂ ਹੁੰਦੇ, ਸਾਨੂੰ ਸਿਰਫ ਨਾ ਇੱਕ ਡਰ ਜਿਹਾ ਲੱਗਦਾ ਕਿ ਅਸੀਂ ਪਹਿਲੇ ਕਦੀ ਵੇਖਿਆ ਨਹੀਂ ਹੁੰਦਾ, ਅਤੇ ਤੂੰ ਇਹ ਚੀਜ਼ ਫੜੀ ਹੋਈ ਸੀ। ਅਤੇ ਉਹਨਾਂ ਵਿੱਚੋਂ ਇੱਕ ਔਰਤ ਜਿਹੜੀ ਉਹ ਕਹਿੰਦੀ ਕਿ ਤੂੰ ਇਹ ਚੀਜ਼ ਫੜੀ ਸੀ, ਮੈਨੂੰ ਲੱਗਾ ਪਤਾ ਨਹੀਂ ਕੀ ਹੈ, ਕੋਈ ਹੈ ਚਾਕੂ ਹੈ ਜਾਂ ਕੀ ਹੈ, ਕੋਈ ਪਿਸਤੌਲ ਹੈ, ਉਹ ਫੜੀ ਵੀ ਮੈਂ ਇਸ ਤਰ੍ਹਾਂ ਕਰਕੇ ਸੀ ਨਾ। ਅਤੇ ਕਹਿੰਦੀ ਇਹ ਵੀ ਦੱਸੀ ਕਿ ਅਸੀਂ ਬੁਰੇ ਨਹੀਂ ਹੁੰਦੇ, ਬਸ ਨਾ ਸਾਨੂੰ ਹਰ ਚੀਜ਼ ਦੇ ਬਾਰੇ 'ਚ ਪਤਾ ਹੋਣਾ ਚਾਹੀਦਾ ਕਿ ਸਾਡੇ ਇਰਦ ਗਿਰਦ ਲੋਕ ਕਿਸ ਤਰ੍ਹਾਂ ਰਹਿੰਦੇ ਨੇ, ਕਿਉਂਕਿ ਸਾਡੇ ਛੋਟੇ ਛੋਟੇ ਬੱਚੇ ਨੇ, ਅਸੀਂ ਜ਼ਿਆਦਾ ਐਕਸਟਰਾ ਖਿਆਲ ਰੱਖਣੀਆਂ ਇਹਨਾਂ ਚੀਜ਼ਾਂ ਦਾ। ਮੈਂ ਕਿਹਾ ਠੀਕ ਹੈ, ਮੈਂ ਵੀਡੀਓ 'ਚ ਦੱਸ ਦਿਆਂਗਾ ਕਿ ਭਾਈ ਕੋਈ ਚੀਜ਼ ਹੋਵੇ ਤਾਂ ਤੁਹਾਨੂੰ ਇਸ ਚੀਜ਼ ਦਾ ਖਿਆਲ ਰੱਖਣਾ ਪਏਗਾ ਕਿ ਉਹ ਅਜੀਬ ਤਾਂ ਨਹੀਂ ਲੱਗ ਰਹੀ। ਇਹ ਤੁਹਾਨੂੰ ਦੱਸ ਰਿਹਾ ਸਾਂ ਕਿ ਇਸ ਤਰ੍ਹਾਂ ਹਰ ਜਗ੍ਹਾ 'ਤੇ ਗਲੀ ਮੁਹੱਲਿਆਂ ਦੇ ਵਿੱਚ ਨਾ ਇਸ ਤਰ੍ਹਾਂ ਦੇ ਸਟੋਰਸ ਹੁੰਦੇ ਨੇ, ਸੁਪਰ ਸਟੋਰ ਜਿਹਨੂੰ ਆਖੀਦਾ ਜਾਂ ਕਨਵੀਨੀਅੰਸ ਸਟੋਰ ਆਖੀਦਾ, ਮਾਰਟ ਵਗੈਰਾ। ਇਹ ਇੱਕ ਫੈਮਿਲੀ ਮਾਰਟ ਹੈ, ਠੀਕ ਹੈ। ਇੱਥੇ ਵੇਖ ਲਓ, ਇੱਥੇ ਲੋਕ ਗੱਡੀਆਂ ਆਪਣੀਆਂ ਪਾਰਕਿੰਗ ਲਾ ਕੇ ਅੰਦਰ ਚੀਜ਼ਾਂ ਚੂਜ਼ਾਂ ਖਰੀਦ ਕੇ ਖਾ ਪੀ ਕੇ, ਇਹਦੇ ਅੰਦਰ ਟੋਇਲਟ ਵਗੈਰਾ ਹਰ ਚੀਜ਼ ਮੌਜੂਦ ਹੈ, ਹਰ ਦੁਨੀਆ ਦੀ ਸਹੂਲਤ ਮੌਜੂਦ ਹੈ। ਅਤੇ ਇਹ ਸੀ ਜੀ ਅੱਜ ਦਾ ਵਲੌਗ। ਉਮੀਦ ਕਰਨਾ ਤੁਹਾਨੂੰ ਪਸੰਦ ਆਇਆ ਹੋਏਗਾ। ਜਾਪਾਨ ਦੇ ਬਾਰੇ 'ਚ ਹੋਰ ਕੀ ਜਾਣਨਾ ਚਾਹੁੰਦੇ ਹੋ ਤੇ ਕਮੈਂਟ 'ਚ ਲਾਜ਼ਮੀ ਦੱਸਣਾ। ਵਲੌਗ ਕੈਸਾ ਲੱਗਾ, ਲਾਈਕ ਵੀ ਕਰ ਦੇਣਾ। ਆਪਣਾ ਖਿਆਲ ਰੱਖਣਾ। ਅੱਲਾ ਹਾਫਿਜ਼।